जब लग जरा रोग नहीं आया, जब लग काल ग्रसी नहीं काया, जब लग बिकल पई नहीं बानी, भजले रे मन सारंग पानी। अपना भजस भजस का पाई आवे, अंत न भजिया जाई। हजूर कहते जे हुण नहीं तू नाम जप सकदा ते फिर दस कदों जपेगा? ਜਦੋਂ ਅੱਗੇ ਪ੍ਰਲੋਕ ਵਿੱਚ ਚਲੇ ਗਿਆ ਫੇਰ ਜਪੇਗਾ? ਉੱਥੇ ਤਾਂ ਜਪਣ ਦਾ ਵਕਤ ਹੀ ਨਹੀਂ ਮਿਲੇਗਾ। ਜੇ ਪਹਿਲਾਂ ਜਪ ਲਿਆ ਤਾਂ ਠੀਕ ਹੈ, ਨਹੀਂ ਤੇ ਸਤਿਗੁਰੂ ਕਹਿੰਦੇ ਅੱਗੇ ਜਾ ਕੇ ਜਮਾਂ ਦੇ ਵਸ ਪੈਣਾ ਪਵੇਗਾ। ਗਿਆਨੀ ਹੋਏ ਸੋਚੇ ਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜਾ ਤੇ ਗਿਆਨੀ ਦਾ ਅਰਥ ਗਿਆਨਵਾਨ ਪੁਰਸ਼ ਹੁੰਦਾ, ਸਮਝਦਾਰ ਹੁੰਦਾ, ਉਹ ਤੇ ਹੁਸ਼ਿਆਰ ਹੋ ਜਾਂਦਾ, ਸੁਚੇਤ ਹੋ ਜਾਂਦਾ, ਚੁਕੰਨਾ ਹੁੰਦਾ ਹੈ। ਅਗਿਆਨੀ ਅੰਧ ਕਮਾਏ, ਤੇ ਜਿਹੜਾ ਅਗਿਆਨੀ ਪੁਰਸ਼ ਹੈ ਉਹ ਹਮੇਸ਼ਾ ਅੰਨੇ ਕਾਮੀ ਕਰਦਾ ਹੈ। ਗਿਆਨਵਾਨ ਸੋਚ ਵਿਚਾਰ ਕੇ ਹਰ ਗੱਲ ਕਰਦਾ ਹੈ, ਤੇ ਅਗਿਆਨੀ ਬਸ ਹਨੇਰੇ ਵਿੱਚ ਹੀ ਟੱਕਰਾਂ ਮਾਰਦਾ ਹੈ। ਨਾਨਕ ਏਥੈ ਕਮਾਵੈ ਸੋ ਮਿਲੈ, ਅੱਗੇ ਪਾਏ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜੀਵ ਇੱਥੇ ਕਮਾਵੈ ਕਮਾਉਂਦਾ ਹੈ, ਭਾਵ ਜੋ ਇੱਥੇ ਚੰਗੇ ਮਾੜੇ ਕੰਮ ਕਰਦਾ ਹੈ, ਸੋ ਮਿਲੈ, ਉਹਦਾ ਹੀ ਫਲ ਅੱਗੇ ਜਾ ਕੇ ਸੁਰਗ ਤੇ ਨਰਕ ਰੂਪ ਦੇ ਵਿੱਚ ਅਥਵਾ ਸੁੱਖ ਤੇ ਦੁੱਖ ਰੂਪ ਦੇ ਵਿੱਚ ਮਿਲਦਾ ਹੈ। ਅੱਗੇ ਪਾਏ ਜਾਏ, ਜਦੋਂ ਮਨੁੱਖ ਅੱਗੇ ਪ੍ਰਲੋਕ ਵਿੱਚ ਜਾਂਦਾ ਹੈ, ਉੱਥੇ ਜਾ ਕੇ ਆਪਣੇ ਕੀਤੇ ਦਾ ਫਲ ਪ੍ਰਾਪਤ ਕਰਦਾ। ਜਿਹੜਾ ਇੱਥੇ ਕਰਦਾ ਉਹੀ ਇਸ ਨੂੰ ਅੱਗੇ ਜਾ ਕੇ ਮਿਲਦਾ ਹੈ। ਕਿਵੇਂ ਮਿਲਦਾ ਹੈ? ਜਦੋਂ ਅੱਗੇ ਪ੍ਰਲੋਕ ਵਿੱਚ ਗਿਆ, ਜਾਂ ਤੇ ਨਰਕਾਂ ਵਿੱਚ ਜਾਂ ਸਵਰਗਾਂ ਵਿੱਚ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ ਜੀਵ ਨੂੰ ਜਾਣਾ ਪੈਂਦਾ ਹੈ। ਮਹੱਲਾ ਤੀਜਾ। ਤੁਰ ਖਸਮੈ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਕਈ ਦੁਨੀਆ ਵਿੱਚ ਇਹੋ ਜਿਹੇ ਲੋਕ ਹਨ ਜਿਹੜੇ ਕਹਿੰਦੇ ਨੇ ਬਈ ਜੇ ਨਾਮ ਜਪਣਾ ਤੇ ਉਂਝ ਵੀ ਜਪਿਆ ਜਾ ਸਕਦਾ, ਜ਼ਰੂਰੀ ਨਹੀਂ ਵੀ ਗੁਰੂ ਵਾਲੇ ਹੋ ਕੇ ਨਾਮ ਜਪੋ। ਹੁਣ ਜਿਵੇਂ ਕਈ ਸਾਡੇ ਵਿੱਚ ਵੀ ਮਨਮੁਖ ਬੰਦੇ ਕਹਿ ਦਿੰਦੇ ਹਨ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਅਸੀਂ ਕਿਹੜਾ ਕਿਸੇ ਤੋਂ ਘੱਟ ਸਿੱਖ ਹਾਂ। ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਆਹ ਬਚਨ ਧਿਆਨ ਨਾਲ ਸੁਣਨ ਵਾਲੇ ਹਨ। ਤੁਰ ਖਸਮੈ ਕਾ ਹੁਕਮ ਪਿਆ, ਤੁਰ ਦਰਗਾਹ ਤੋਂ ਉਸ ਸਾਡੇ ਮਾਲਕ ਵਾਹਿਗੁਰੂ ਦਾ ਇਹ ਹੁਕਮ ਪਿਆ ਹੋਇਆ ਹੈ, ਉਸਨੇ ਇਹ ਮਰਜ਼ਾਦਾ ਬਣਾਈ, ਭਾਈ ਗੁਰੂ ਵਾਲੇ ਹੋ ਕੇ ਨਾਮ ਜਪੋ, ਬਿਨ ਸਤਿਗੁਰ ਚੇਤਿਆ ਨਾ ਜਾਏ। ਬਿਨਾਂ ਸਤਿਗੁਰੂ ਤੋਂ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕੀਤਾ ਜਾ ਸਕਦਾ। ਗੁਰੂ ਵਾਲੇ ਹੋ ਕੇ ਨਾਮ ਜਪੋ, ਇਹ ਤੁਰ ਦਰਗਾਹ ਤੋਂ ਵਾਹਿਗੁਰੂ ਵੱਲੋਂ ਹੁਕਮ ਮਿਲਿਆ ਹੋਇਆ ਹੈ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਏ। ਜਿਹੜਾ ਜੀਵ ਸਤਿਗੁਰੂ ਦੇ ਨਾਲ ਮਿਲਦਾ ਹੈ, ਫਿਰ ਉਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਵ ਰਹਿਆ, ਵੀ ਉਹ ਨਾਮ ਪਰਿਪੂਰਨ ਹੋ ਜਾਂਦਾ, ਉਹਦੇ ਅੰਦਰ ਸਿਮਰਨ ਦੀ ਰੌ ਚੱਲ ਪੈਂਦੀ ਹੈ। ਸਦਾ ਰਹਿਆ ਲਿਵ ਲਾਏ, ਫਿਰ ਉਹ ਹਮੇਸ਼ਾ ਲਈ ਆਪਣੀ ਲਿਵ ਸੁਰਤ ਨੂੰ, ਆਪਣੇ ਮਨ ਦੀ ਬਿਰਤੀ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜੀ ਰੱਖਦਾ ਹੈ। ਜਿਹਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਵਾਹ ਚੱਲ ਪੈਂਦਾ ਹੈ, ਜਿਹਦੇ ਅੰਦਰ ਸਿਮਰਨ ਦੀ ਰੌ ਚੱਲ ਪੈਂਦੀ ਹੈ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਰੱਖਦਾ ਹੈ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹ ਹਰ ਸਵਾਸ ਸੁਆਸ ਨਾਲ ਹਮੇਸ਼ਾ ਲਈ ਵਾਹਿਗੁਰੂ ਨੂੰ ਚੇਤੇ ਕਰਦਾ, ਦਮ ਦਮ ਸਦਾ ਸੰਭਾਲਦਾ, ਹਰ ਸਵਾਸ ਸੁਆਸ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਦਮ ਨਾ ਬਿਰਥਾ ਜਾਏ, ਉਹਦਾ ਇੱਕ ਵੀ ਸਵਾਸ ਕਦੇ ਖਾਲੀ ਨਹੀਂ ਜਾਂਦਾ। ਐਸੇ ਮਹਾਂਪੁਰਖ ਵਿਰਲੇ ਹੀ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜ਼ੂਰ ਫਰਮਾਉਂਦੇ ਹਨ, ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਜਿਹੜੇ ਮਹਾਂਪੁਰਖ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਕੋਈ ਸਵਾਸ ਖਾਲੀ ਜਾਣ ਹੀ ਨਹੀਂ ਦਿੰਦੇ, ਫਿਰ ਉਹਨਾਂ ਦਾ ਜਨਮ ਮਰਨ ਦਾ ਡਰ ਵੀ ਚਲਿਆ ਗਿਆ। ਜੀਵਨ ਪਦਵੀ ਪਾਏ, ਤੇ ਹਮੇਸ਼ਾ ਲਈ ਅਮਰ ਜੀਵਨ ਵਾਲੀ ਪਦਵੀ ਪ੍ਰਾਪਤ ਕਰ ਲੈਂਦੇ ਹਨ। ਉਹ ਜਿਉਂਦੇ ਹੀ ਜੀਵਨ ਮੁਕਤ ਹੋ ਜਾਂਦੇ ਨੇ, ਤੇ ਸਰੀਰ ਛੱਡਣ ਤੋਂ ਬਾਅਦ ਬਦੇ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਨਾਨਕ ਇਹੋ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਲੋ ਹਜ਼ੂਰ ਕਹਿੰਦੇ ਨੇ, ਅਸਲੀ ਜਿਹੜੀ ਹੈ ਜੀਵਨ ਪਦਵੀ ਦਾ, ਜੀਵਨ ਮੁਕਤੀ ਦਾ ਮੁਰਾਤਬਾ
ਉਸੇ ਨੂੰ ਵਾਹਿਗੁਰੂ ਦਿੰਦਾ ਹੈ ਜਿਸ ਉੱਤੇ ਰਜ਼ਾ ਦਾ ਮਾਲਕ ਕਿਰਪਾ ਕਰੇ। ਆਓ ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਉਸ ਨੂੰ ਹੀ ਇਹ ਜੀਵਨ ਪਦਵੀ ਦਾ, ਜੀਵਨ ਮੁਕਤੀ ਦਾ ਰੁਤਬਾ ਬਖਸ਼ਿਸ਼ ਕਰ ਦਿੰਦਾ ਹੈ। ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹਨ। ਉਹ ਵਾਹਿਗੁਰੂ ਆਪੇ ਦਾਨਾ, ਸਿਆਣਾ ਹੈ, ਦਾਨਸ਼ਵਰ ਹੈ ਤੇ ਆਪੇ ਹੀ ਸਾਰੇ ਜੀਵਾਂ ਦੇ ਬੀਨਿਆ ਕਰਮਾਂ ਨੂੰ ਦੇਖਣ ਵਾਲਾ ਹੈ। ਆਪੇ ਪ੍ਰਧਾਨਾ, ਤੇ ਆਪ ਸਾਰਿਆਂ ਦੇ ਵਿੱਚੋਂ ਪ੍ਰਧਾਨਾ, ਵੱਡਾ ਹੈ ਅਥਵਾ ਸਭ ਤੋਂ ਮੁਖੀਆ ਹੈ। ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਲੋ ਹਜ਼ੂਰ ਕਹਿੰਦੇ ਨੇ ਆਪੇ ਰੂਪ ਦਿਖਾਲਦਾ। ਉਹ ਵਾਹਿਗੁਰੂ ਆਪ ਹੀ ਆਪਣੇ ਅਸਲੀ ਰੂਪ ਨੂੰ ਪ੍ਰਗਟ ਕਰਕੇ ਦਿਖਾਉਂਦਾ। ਆਪੇ ਲਾਏ ਧਿਆਨਾ, ਤੇ ਵਾਹਿਗੁਰੂ ਆਪ ਹੀ ਧਿਆਨ ਲਾ ਕੇ ਬਹਿੰਦਾ। ਤੇ ਜਿਹੜੇ ਧਿਆਨੀ ਲੋਕ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਲਾ ਕੇ ਬੈਠਦੇ ਨੇ ਤੇ ਫਿਰ ਉਹਨਾਂ ਨੂੰ ਧਿਆਨ ਦੇ ਵਿੱਚ ਜੁੜਿਆ ਹੋਇਆਂ ਨੂੰ ਆਪਣੇ ਅਸਲੀ ਯਥਾਰਥ ਰੂਪ ਨੂੰ ਪ੍ਰਗਟ ਕਰਕੇ ਦਿਖਾ ਦਿੰਦਾ ਹੈ। ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ। ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਆਪ ਹੀ ਮੋਨੀ ਹੋ ਕੇ, ਮੋਨੀ ਕਹਿੰਦੇ ਨੇ ਜਿਹੜਾ ਬੋਲੇ ਨਾ, ਗੱਲ ਨਾ ਕਰੇ, ਆਪ ਹੀ ਉਹ ਵਾਹਿਗੁਰੂ ਮੋਨੀ ਹੋ ਕੇ ਵਰਤ ਰਿਹਾ ਹੈ। ਆਪੇ ਕਥੈ ਗਿਆਨਾ, ਤੇ ਆਪ ਹੀ ਉਹ ਵਾਹਿਗੁਰੂ ਭਾਈ ਉਪਦੇਸ਼ਟਾ ਹੋ ਕੇ, ਪ੍ਰਚਾਰਕ ਹੋ ਕੇ ਅੱਗੇ ਗਿਆਨ ਨੂੰ ਉਚਾਰਨ ਕਰਦਾ ਹੈ। ਭਾਵ ਜਿਹੜੇ ਮੋਨੀ ਨੇ ਉਹਨਾਂ ਦੇ ਵਿੱਚ ਵੀ ਰੱਬ ਵਸਦਾ ਹੈ ਤੇ ਜਿਹੜੇ ਕਥਾ ਪ੍ਰਚਾਰ ਕਰਦੇ ਨੇ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਵਸ ਰਿਹਾ ਹੈ। ਕੌੜਾ ਕਿਸੇ ਨਾ ਲੱਗੇ ਸਭਨਾ ਹੀ ਭਾਨਾ। ਉਹ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਕੌੜਾ ਨਹੀਂ ਲੱਗਦਾ ਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਹੀ ਭਾਉਂਦਾ ਹੈ, ਕਿਉਂਕਿ ਉਹ ਆਨੰਦ ਸਰੂਪ ਹੈ। ਤੇ ਜਿਹੜਾ ਆਨੰਦ ਸਰੂਪ ਹੋਵੇ ਉਹ ਸਾਰਿਆਂ ਨੂੰ ਚੰਗਾ ਲੱਗਦਾ ਹੈ। ਜਿਵੇਂ ਸੁੱਖ ਸਾਰਿਆਂ ਨੂੰ ਚੰਗਾ ਲੱਗਦਾ ਹੈ, ਗੁਲਾਬ ਦਾ ਫੁੱਲ ਖਿੜਿਆ ਹੋਵੇ ਸਭ ਨੂੰ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਚੰਦ ਚੜਿਆ ਸਾਰਿਆਂ ਨੂੰ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਨੂੰ ਭਾਉਂਦਾ ਹੈ। ਉਸਤਤ ਵਰਨ ਨਾ ਸਕੀਐ ਸਾਧ ਸਦ ਕੁਰਬਾਨਾ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਰਣਨ ਨਹੀਂ ਕੀਤੀ ਜਾ ਸਕਦੀ। ਅਸੀਂ ਤੇ ਸਦਾ ਸਦਾ ਰੋਜ਼ ਬਾ ਰੋਜ਼ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਂਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ 2 ਸ਼ਲੋਕ ਆ ਰਹੇ ਨੇ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਅਸੀਂ ਸੁਣਿਆ ਸੀ ਬਈ ਆਹ ਭੂਤ ਪ੍ਰੇਤ ਵੀ ਹੁੰਦੇ ਨੇ, ਗੁਪਤ ਰੂਹਾਂ ਵੀ ਹੁੰਦੀਆਂ ਨੇ, ਪਰ ਮਹਾਰਾਜ ਅਸੀਂ ਹੁਣ ਤੇ ਕਦੀ ਉਹਨਾਂ ਨੂੰ ਵੇਖਿਆ ਨਹੀਂ। ਪੁਰਾਣੇ ਬਜ਼ੁਰਗਾਂ ਤੋਂ ਤਾਂ ਆਪਾਂ ਸੁਣਦੇ ਰਹੇ ਹਾਂ ਬਈ ਫਲਾਨੀ ਥਾਂ ਤੇ ਵੀ ਉਹ ਭੂਤਾਂ ਨੱਚਦੀਆਂ ਨੇ, ਗਿੱਧਾ ਪਾਉਂਦੀਆਂ ਨੇ, ਜਾਂ ਕਿਸੇ ਨੂੰ ਦਿਖਾਈ ਵੀ ਦਿੱਤੀਆਂ, ਪਰ ਸਾਨੂੰ ਤਾਂ ਉਹ ਦਿਸਦੀਆਂ ਨਹੀਂ। ਇਹਦਾ ਕੀ ਕਾਰਨ ਹੈ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਦਾ ਕਾਰਨ ਇਹ ਦੱਸਦੇ ਹਨ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਵੀ ਹੁਣ ਕਲਯੁਗ ਦਾ ਸਮਾਂ ਹੈ ਨਾ, ਜਦੋਂ ਸਤਯੁਗ ਦਾ ਸਮਾਂ ਸੀ ਉਸ ਵੇਲੇ ਦੇਵਤੇ ਆਉਂਦੇ ਸਨ, ਤੇ ਜਦੋਂ ਤ੍ਰੇਤਿਆ ਯੁੱਗ ਆਇਆ ਤਾਂ ਉਸ ਵੇਲੇ ਵੀ ਜਿਹੜੇ ਰਾਮਚੰਦਰ ਵਰਗੇ ਅਵਤਾਰ ਆਉਂਦੇ ਸਨ। ਤ੍ਰੇਤੇ ਦੇ ਵਿੱਚ ਵੀ ਤੇ ਦੁਆਪਰ ਦੇ ਅੰਦਰ ਵੀ ਜਿਹੜੇ ਚੰਗੇ ਚੰਗੇ ਰਿਸ਼ੀ ਮੁਨੀ ਉਹ ਸੰਸਾਰ ਦੇ ਵਿੱਚ ਆਉਂਦੇ ਸਨ। ਪਰ ਹੁਣ ਕਲਯੁਗ ਦਾ ਸਮਾਂ ਹੈ ਬੜਾ ਭਿਆਨਕ, ਤੇ ਇਸ ਕਲਯੁਗ ਨੂੰ ਸਭ ਤੋਂ ਮਾੜਾ ਸਮਾਂ ਗਰਦਾਨੇ। ਇਸ ਲਈ ਹੁਣ ਇਸ ਕਲਯੁਗ ਦੇ ਅੰਦਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਅਵਤਾਰ, ਜਿਹੜੇ ਜਿੰਨ ਨੇ, ਜਿੰਨ ਕਹਿੰਦੇ ਨੇ ਜਿਹੜਾ ਭੂਤਾਂ ਦਾ ਸਰਦਾਰ ਹੋਵੇ, ਵੱਡਾ ਜਿੰਨ। ਵੀ ਇਹਦੇ ਕਹਿੰਦੇ ਇਹਨੂੰ ਕਿੱਥੋਂ ਜਿੰਨ ਚਿੰਬੜਿਆ ਹੋਇਆ। ਹਜ਼ੂਰ ਕਹਿੰਦੇ ਨੇ ਇਸ ਕਲਯੁਗ ਦੇ ਅੰਦਰ ਭਾਈ ਉਹਨਾਂ ਜਿਨ੍ਹਾਂ ਦਾ ਅਵਤਾਰ ਹੋ ਰਿਹਾ, ਉਹ ਜਿੰਨ ਪੈਦਾ ਹੋ ਰਹੇ ਨੇ, ਜਿਨ੍ਹਾਂ ਦੇ ਬਾਰੇ ਕਦੀ ਕਦੀ ਆਪਾਂ ਸੁਣਦੇ ਸਾਂ ਵੀ ਫਲਾਨੀ ਹਵੇਲੀ ਵਿੱਚ ਕੋਈ ਦਿਓ ਰਹਿੰਦਾ ਸੀ, ਜਿੰਨ ਰਹਿੰਦਾ ਸੀ, ਕੋਈ ਭੂਤ ਰਹਿੰਦਾ ਸੀ। ਹੁਣ ਉਹ ਭੂਤ ਇਸ ਕਲਯੁਗ ਦੇ ਵਿੱਚ ਪੈਦਾ ਹੋਣ ਲੱਗ ਪਏ ਨੇ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਉਸ ਜਿੰਨ ਦਾ ਪੁੱਤਰ ਹੈ ਉਹ ਜਨੂਰਾ ਛੋਟਾ ਭੂਤਨਾ ਹੈ,
ਤੇ ਜਿਹੜੀ ਉਸ ਜਨ ਦੀ ਧੀ ਹੈ, ਬੇਟੀ ਹੈ ਜਨੂਰੀ, ਉਹ ਛੋਟੀ ਭੂਤਨੀ ਹੈ। ਜੋਰੂ ਜਿੰਨਾਂ ਦਾ ਸਿਕਦਾਰ ਤੇ ਜੋਰੂ ਜਿਹੜੀ ਇਸਤਰੀ ਹੈ ਉਹ ਸਾਰੇ ਜਿੰਨਾਂ ਦਾ ਸਿਕਦਾਰ ਸਰਦਾਰ ਬਣੀ ਹੋਈ ਹੈ। ਭਾਵ ਇਸ ਕਲਯੁਗ ਦੇ ਅੰਦਰ ਜਿਹੜੇ ਵੱਡੇ ਵੱਡੇ ਜਿੰਨ ਸਨ ਉਹ ਹੁਣ ਪੈਦਾ ਹੋ ਚੁੱਕੇ ਨੇ, ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਸੁਣਿਆ ਕਰਦੇ ਸਾਂ ਵੀ ਭੂਤ ਪ੍ਰੇਤ ਵੀ ਫਲਾਨੀ ਥਾਂ ਤੇ ਵਸਦੇ ਨੇ ਜਾਂ ਫਲਾਨੇ ਨੇ ਵੇਖੇ ਵੀ ਨੇ, ਪਰ ਉਹ ਇਸ ਵੇਲੇ ਪ੍ਰਤੱਖ ਜਿੰਨ ਜਨਮ ਧਾਰਨ ਕਰਕੇ ਕਲਯੁਗ ਦੇ ਵਿੱਚ ਆ ਰਹੇ ਨੇ। ਇਹ ਜਿਹੜੀਆਂ ਗੱਲਾਂ ਨੇ ਇਹਦੇ ਪਿੱਛੇ ਇੱਕ ਵਿਗਿਆਨਕ ਕਾਰਨ ਵੀ ਹੈ। ਜੇ ਕਿਸੇ ਦੇਵਤੇ ਨੇ ਆਉਣਾ ਹੋਵੇ ਉਹਦੇ ਲਈ ਉਹੋ ਜਿਹਾ ਵਾਤਾਵਰਨ ਪਹਿਲਾਂ ਹੋਣਾ ਜ਼ਰੂਰੀ ਹੈ। ਸਤਿਯੁਗ ਦੇ ਵਿੱਚ ਲੋਕ ਧਰਮੀ ਸਨ, ਉਸ ਵੇਲੇ ਦੇਵਤਿਆਂ ਨੂੰ ਆਉਣਾ ਸੁਖਾਲਾ ਸੀ। ਹੁਣ ਕਲਯੁਗ ਦੇ ਵਿੱਚ ਜੋ ਹਾਲਤ ਲੋਕਾਂ ਦੀ ਬਣੀ ਹੋਈ ਹੈ, ਦਿਨ ਰਾਤ ਪਾਪਾਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਰਹੇ ਨੇ, ਤੇ ਹੁਣ ਦੇਵਤੇ ਕਿਵੇਂ ਆਉਣ? ਉਹਨਾਂ ਦੇ ਆਉਣ ਦਾ ਸਮਾਂ ਬੀਤ ਗਿਆ ਤੇ ਹੁਣ ਤੇ ਕਲਯੁਗ ਦੇ ਵਿੱਚ ਉਹ ਜਿੰਨ ਆ ਰਹੇ ਨੇ, ਭੂਤ ਪ੍ਰੇਤ ਜੰਮ ਰਹੇ ਨੇ, ਤੇ ਜਿਹੜੀਆਂ ਕੋਈ ਨਾਪਾਕ ਰੂਹਾਂ ਸਨ, ਜਿਹੜੀਆਂ ਕੋਈ ਅਵਗਤ ਰੂਹਾਂ ਸਨ, ਹੁਣ ਉਹ ਸੰਸਾਰ ਦੇ ਵਿੱਚ ਜਨਮ ਲੈ ਰਹੀਆਂ ਨੇ। ਕਿਉਂਕਿ ਸਮਾਂ ਕਲਯੁਗ ਦਾ। ਸਤਿਯੁਗ ਦੇ ਵਿੱਚ ਦੇਵਤੇ ਆਉਂਦੇ ਸਨ, ਦੂਜੇ ਯੁਗਾਂ ਦੇ ਵਿੱਚ ਵੀ ਧਰਮੀ ਲੋਕ ਰਿਸ਼ੀ ਮੁਨੀ ਆਉਂਦੇ ਸਨ, ਪਰ ਹੁਣ ਕਲਯੁਗ ਦੇ ਵਿੱਚ ਤਾਂ ਭੂਤ ਹੀ ਜੰਮਦੇ ਆ। ਅੱਜ ਜਦੋਂ ਮਨਮੁੱਖਾਂ ਦੇ ਘਰਾਂ ਦੇ ਵਿੱਚ ਕੋਈ ਵਿਆਹ ਸ਼ਾਦੀਆਂ ਹੁੰਦੀਆਂ ਨੇ ਜਾਂ ਕੋਈ ਹੋਰ ਪਾਰਟੀਆਂ ਹੁੰਦੀਆਂ ਨੇ, ਤੇ ਉਸ ਵੇਲੇ ਸ਼ਰਾਬਾਂ ਪੀ ਪੀ ਕੇ ਜਦੋਂ ਫਿਰ ਉਹ ਆਪਣੀਆਂ ਕਰਤੂਤਾਂ ਜ਼ਾਹਰ ਕਰਦੇ ਨੇ, ਤੇ ਫਿਰ ਉਹਨਾਂ ਨੂੰ ਉਸ ਵੇਲੇ ਭੂਤ ਹੀ ਕਿਹਾ ਜਾਂਦਾ ਹੈ। ਕਿੱਥੋਂ ਭੂਤ ਆ ਗਏ ਨੇ? ਤੇ ਇੱਥੇ ਇਹ ਵੀ ਕਈ ਸੱਜਣ ਵਿਚਾਰ ਸੁਣਾਉਂਦੇ ਨੇ ਵੀ ਹੁਣ ਜਦੋਂ ਗੁਰਸਿੱਖੀ ਦੀ ਮਰਜ਼ਾਦਾ ਆਨੰਦ ਕਾਰਜ ਦੀ, ਵੀ ਜਦੋਂ ਬਰਾਤ ਆਵੇ ਤਾਂ ਉਸ ਵੇਲੇ ਵੀ ਸ਼ਬਦ ਪੜ੍ਹ ਕੇ ਉਹਨਾਂ ਦਾ ਸਵਾਗਤ ਕੀਤਾ ਜਾਵੇ। ਹਮ ਕਰ ਸਾਜਨ ਆਏ ਸਾਚਾ ਮੇਲ ਮਿਲਾਈ। ਬਹੁਤ ਥਾਵਾਂ ਤੇ ਜਿਹੜੇ ਗੁਰਮੁਖ ਬਰਾਤੀ ਹੁੰਦੇ ਨੇ ਤੇ ਉਸ ਵੇਲੇ ਸ਼ਬਦ ਪੜ੍ਹਿਆ ਢੁਕਦਾ ਵੀ ਹੁੰਦਾ, ਪਰ ਹੁਣ ਸਾਡੇ ਵਿੱਚ ਇਹ ਇੱਕ ਆਮ ਰਿਵਾਜ ਜਿਹਾ ਹੀ ਪੈ ਗਿਆ ਬਈ ਚਲੋ ਚਾਹੇ ਬਰਾਤ ਤੇ ਲਾੜਾ ਵੀ ਕਿਹੋ ਜਿਹਾ ਕਿਉਂ ਨਾ ਹੋਵੇ, ਭਾਵੇਂ ਸਾਰੇ ਮਨਮੁਖ ਪਾਮਰ ਸਾਕਤ ਤੇ ਸ਼ਰਾਬੀ ਕਬਾਬੀ ਹੀ ਹੋਣ, ਤੇ ਉਸ ਵੇਲੇ ਵੀ ਸ਼ਬਦ ਪੜ੍ਹ ਦਿੰਦੇ ਨੇ। ਪਰ ਕਿਸੇ ਵਿਦਵਾਨ ਨੇ ਉੱਥੇ ਇਹ ਕਟਾਕਸ਼ ਕੀਤਾ ਹੈ, ਕਹਿੰਦਾ ਉੱਥੇ ਫਿਰ ਹਮ ਕਰ ਸਾਜਣ ਆਏ ਸ਼ਬਦ ਨਹੀਂ ਪੜ੍ਹਨਾ ਚਾਹੀਦਾ, ਉੱਥੇ ਤਾਂ ਇਹ ਕਹਿਣਾ ਚਾਹੀਦਾ ਹਮ ਕਰ ਭੂਤ ਨੇ ਆਏ। ਕਿਉਂਕਿ ਕੰਮ ਜੋ ਭੂਤਾਂ ਵਾਲੇ ਨੇ, ਸ਼ਰਾਬਾਂ ਪੀ ਕੇ ਗਾਲੀ ਗਲੋਚ, ਹੋਰ ਮੰਦਾ ਚੰਗਾ ਬੋਲਣਾ ਤੇ ਹੋਰ ਭੈੜੀਆਂ ਗੱਲਾਂ, ਗੀਤ ਗਾਉਣੇ ਸੁਣਨੇ, ਇਹ ਭੂਤਾਂ ਦਾ ਕੰਮ ਹੀ ਹੈ ਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਇਸ ਕਲਯੁਗ ਦੇ ਵਿੱਚ ਜਿਨ੍ਹਾਂ ਦਾ ਅਵਤਾਰ, ਜਿਨ੍ਹਾਂ ਦਾ ਜਨਮ ਹੋ ਰਿਹਾ, ਜਿਨ੍ਹਾਂ ਦੇ ਬਾਰੇ ਅੱਗੇ ਆਪਾਂ ਸੁਣਦੇ ਸਾਂ, ਹੁਣ ਉਹੋ ਜਿਹੀਆਂ ਕਰਤੂਤਾਂ ਕਰਨ ਵਾਲੇ ਲੋਕ ਸਾਨੂੰ ਸਾਹਮਣੇ ਦਿਸ ਪੈਣਗੇ। ਕਿਉਂਕਿ ਹੁਣ ਉਹ ਆ ਕੇ ਮਨੁੱਖੀ ਜਾਮੇ ਦੇ ਵਿੱਚ ਹੀ ਉਹ ਭੂਤ ਪ੍ਰੇਤ ਆ ਕੇ ਸਭ ਕੁਝ ਕਰ ਰਹੇ ਨੇ। ਭਗਤ ਕਬੀਰ ਜੀ ਨੇ ਵੀ ਇਸ ਸੰਬੰਧ ਵਿੱਚ ਇੱਕ ਆਪਣੇ ਵਿਚਾਰ ਦਿੱਤੇ ਨੇ। ਉਹ ਕਹਿੰਦੇ ਨੇ, ਜਿਹ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰ ਕੇ ਭੂਤ ਬਸੈ ਤਿੰਨ ਮਾਹੇ। ਜਿਹੜੇ ਲੋਕ ਘਰਾਂ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਹੁੰਦਾ, ਗੰਦੇ ਗੀਤ ਤੇ ਹੋਰ ਭੈੜੇ ਗਾਣੇ ਹੀ ਵੱਜਦੇ ਰਹਿੰਦੇ ਨੇ, ਤੇ ਜਿੱਥੇ ਕੋਈ ਮਹਾਂਪੁਰਖਾਂ ਦੀ ਕੋਈ ਸੇਵਾ ਵੀ ਨਹੀਂ ਹੁੰਦੀ, ਕਦੇ ਕਿਸੇ ਰੱਬ ਦੇ ਪਿਆਰੇ ਨੂੰ ਘਰ ਵਿੱਚ ਬੁਲਾ ਕੇ ਕੋਈ ਅੰਨ ਪਾਣੀ ਛਕਾ ਦਿਓ, ਲੰਗਰ ਛਕਾ ਦਿਓ, ਕੋਈ ਹੋਰ ਚਲੋ ਮਾੜੀ ਮੋਟੀ ਸੇਵਾ ਕਰ ਦਿਓ, ਜਿਹੜੇ ਐਸਾ ਨਹੀਂ ਨਾ ਹੁੰਦਾ ਜਿੱਥੇ ਜਿਹੇ ਕਰ ਸਾਧਨਾ ਸੇਵੀਆ ਹਰ ਕੀ ਪੂਜਾ ਨਾਹੀ। ਦੋਵੇਂ ਗੱਲਾਂ ਨਹੀਂ ਹੁੰਦੀਆਂ, ਨਾ ਰੱਬ ਦੀ ਭਗਤੀ ਨਾ ਰੱਬ ਦੇ ਪਿਆਰਿਆਂ ਦੀ ਸੇਵਾ। ਤੇ ਉਹਦੇ ਉਸ ਤੋਂ ਬਾਅਦ ਅੱਗੇ ਭਗਤ ਕਬੀਰ ਜੀ ਕਹਿੰਦੇ ਨੇ, ਤੇ ਘਰ ਮਰਹਟ ਸਾਰ ਕੇ, ਉਹ ਜਿਹੜੇ ਘਰ ਨੇ ਨਾ ਸਾਨੂੰ ਤੇ ਸਿਵਿਆਂ ਵਰਗੇ ਭੂਤਾਂ ਦੇ ਘਰ ਹੀ ਦਿਸਦੇ ਹੈ, ਤੇ ਰਹਿਣ ਵਾਲੇ ਉਹ ਲੋਕ ਮਨਮੁਖ ਲੋਕ ਸ਼ਰਾਬੀ ਕਬਾਬੀ ਸਾਰੇ ਸਾਨੂੰ ਭੂਤ ਦਿਸਦੇ ਹੈ। ਇਸੇ ਲਈ ਭਗਤ ਕਬੀਰ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਸਪਸ਼ਟ ਹੋ ਗਿਆ ਵੀ ਜਿਹੜੇ ਭੂਤ ਪ੍ਰੇਤ ਅੱਗੇ ਆਪਾਂ ਸੁਣਦੇ ਸਾਂ ਉਹ ਕਲਯੁਗ ਦੇ ਵਿੱਚ ਪ੍ਰਤੱਖ ਦੇਖਣ ਨੂੰ ਮਿਲਦੇ ਨੇ। ਤੇ ਤੁਸੀਂ ਸ਼ਰਾਬੀਆਂ ਕਬਾਬੀਆਂ ਦੀਆਂ ਪਾਰਟੀਆਂ ਵਿੱਚ ਜਾ ਕੇ ਦੇਖੋ ਕਿਵੇਂ ਬੇਸ਼ਰਮ ਹੋ ਕੇ ਤੇ ਕਿਵੇਂ ਉਹ ਕਰਤੂਤਾਂ ਕਰਦੇ ਨੇ, ਮੰਦਾ ਚੰਗਾ ਬੋਲਦੇ ਆ ਤੇ ਹੋਰ ਬਕਵਾਸ ਕਰਦੇ ਹਨ।
महला पहला हिंदू मूले भूले अखुटी जाही नारद कहया से पूज कराही। ਹੁਣ ਜਿਹੜਾ ਅਗਲਾ ਸ਼ਲੋਕ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ, ਇਹਦੇ ਵਿੱਚ ਕਿਸੇ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਜਿਹੜੇ ਹਿੰਦੂ ਲੋਕ ਨੇ ਇਹ ਪੱਥਰਾਂ ਦੀ ਪੂਜਾ ਕਰਦੇ ਨੇ, ਜੇ ਸ਼ਿਵਲਿੰਗ ਹੈ ਉਹ ਵੀ ਪੱਥਰ ਹੈ, ਜੇ ਕੋਈ ਮੂਰਤੀਆਂ ਨੇ ਬੁੱਤ ਰਸ਼ ਦੀਆਂ ਘੜੀਆਂ ਉਹ ਵੀ ਤਾਂ ਪੱਥਰ ਹੀ ਨੇ। ਹਿੰਦੂ ਲੋਕ ਪੱਥਰਾਂ ਦੀ ਪੂਜਾ ਕਰਦੇ ਨੇ, ਕੀ ਮਹਾਰਾਜ ਇਹਨਾਂ ਪੱਥਰਾਂ ਦੀ ਪੂਜਾ ਕਰਕੇ ਕੋਈ ਉਹਨਾਂ ਦਾ ਭਲਾ ਵੀ ਹੋ ਸਕਦਾ ਹੈ ਜਾਂ ਉਹਨਾਂ ਨੂੰ ਮੁਕਤੀ ਮਿਲ ਸਕਦੀ ਹੈ? ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜੇ ਵਿਚਾਰ ਨੇ ਉਹ ਧਿਆਨ ਨਾਲ ਸੁਣ ਲੈਣ। ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀਂ। ਹਜ਼ੂਰ ਕਹਿੰਦੇ ਹਿੰਦੂ ਤਾਂ ਮੂਲੇ ਦਾ ਅਰਥ ਵੀ ਮੁੱਢ ਤੋਂ ਹੀ ਭੁੱਲ ਗਏ ਨੇ, ਜਿਉਂ ਹਿੰਦੂ ਜੰਮੇ ਨੇ ਮੁੱਢ ਤੋਂ ਹੀ ਭੁੱਲੇ ਫਿਰਦੇ ਨੇ। ਅਖੁੱਟੀ ਜਾਹੀਂ ਕਿਉਂ? ਅਖੁੱਟੀ ਦਾ ਅਰਥ ਵੀ ਜਿਹੜਾ ਨਾਮ ਦਾ ਅਖੁੱਟ ਖਜ਼ਾਨਾ ਹੈ, ਔਰ ਜਾਹੀਂ ਉਹ ਉਹਨਾਂ ਦੇ ਹੱਥਾਂ ਦੇ ਜੋ ਵਿੱਚੋਂ ਨਿਕਲੀ ਜਾ ਰਿਹਾ ਹੈ, ਉਹ ਨਾਮ ਨਹੀਂ ਜਪਦੇ। ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਇਹੋ ਤਾਂ ਨਾ ਖੁੱਟ ਨਾ ਨਖੁੱਟੈ ਨਾ ਜਾਏ। ਅਖੁੱਟੀ ਦਾ ਅਰਥ ਵੀ ਜਿਹੜਾ ਨਾ ਮੁੱਕਣ ਵਾਲਾ ਨਾਮ ਦਾ ਖਜ਼ਾਨਾ ਹੈ, ਵੀ ਉਸ ਵੱਲੋਂ ਜਾਹੀ ਖਾਲੀ ਜਾ ਰਹੇ ਨੇ। ਹਿੰਦੂ ਮੂਲ ਤੋਂ ਹੀ ਮੁੱਢ ਤੋਂ ਹੀ ਭੁੱਲੇ ਹੋਏ ਨੇ, ਮੂਰਤੀ ਪੂਜਾ ਵਿੱਚ ਲੱਗ ਗਏ, ਤੇ ਅਖੁੱਟੀ ਜਾਹੀ ਜਿਹੜਾ ਵਾਹਿਗੁਰੂ ਦਾ ਨਾਮ ਦਾ ਅਖੁੱਟ ਖਜ਼ਾਨਾ ਹੈ, ਔਰ ਉਸ ਤੋਂ ਵਾਂਝੇ ਉਸ ਤੋਂ ਖਾਲੀ ਤੁਰੇ ਜਾ ਰਹੇ ਹਨ। ਨਾਰਦ ਕਹਿਆ ਸੇ ਪੂਜ ਕਰਾਹੀਂ। ਤੇ ਫਿਰ ਮਹਾਰਾਜ ਇਹ ਹਿੰਦੂ ਲੋਕ ਕਿਉਂ ਪੱਥਰਾਂ ਦੀ ਪੂਜਾ ਕਰਨ ਲੱਗ ਪਏ? ਤਾਂ ਇਹਦਾ ਕਾਰਨ ਸਤਿਗੁਰੂ ਜੀ ਦੱਸਦੇ ਨੇ, ਨਾਰਦ ਕਹਿਆ ਵੀ ਨਾਰਦ ਮੁਨੀ ਨੇ ਇੱਕ ਵਾਰੀ ਲੋਕਾਂ ਨੂੰ ਆਖਿਆ ਸੀ ਬਈ ਤੁਸੀਂ ਬਈ ਭਗਵਾਨ ਦੀ ਪੂਜਾ ਕਰੋ। ਉਹ ਲੋਕ ਕਹਿਣ ਲੱਗੇ ਸਾਨੂੰ ਤੇ ਭਗਵਾਨ ਦਾ ਪਤਾ ਹੀ ਨਹੀਂ ਕਿਹੋ ਜਿਹਾ, ਰੱਬ ਕਿਹੋ ਜਿਹਾ ਸਾਨੂੰ ਕੋਈ ਪਤਾ ਨਹੀਂ। ਤੇ ਉਹ ਨਾਰਦ ਮੁਨੀ ਕਹਿਣ ਲੱਗਾ ਉਸਦੇ ਦੋ ਰੂਪ ਨੇ, ਇੱਕ ਨਿਰਗੁਣ ਹੈ, ਦੂਜਾ ਸਰਗੁਣ ਹੈ। ਉਹ ਕਹਿੰਦੇ ਨਿਰਗੁਣ ਸਰੂਪ ਕਿਹੋ ਜਿਹਾ ਹੈ? ਉਹ ਕਹਿੰਦਾ ਵੀ ਉਹਦਾ ਤਾਂ ਕੋਈ ਰੰਗ ਰੂਪ ਚਿਹਨ ਚੱਕਰ ਹੈ ਹੀ ਨਹੀਂ। ਫਿਰ ਉਹ ਲੋਕ ਕਹਿਣ ਲੱਗੇ ਫਿਰ ਅਸੀਂ ਉਹਦੀ ਪੂਜਾ ਕਿਵੇਂ ਕਰੀਏ, ਸਾਨੂੰ ਤੇ ਇਸ ਗੱਲ ਦੀ ਕੋਈ ਸਮਝ ਹੀ ਨਹੀਂ ਆਉਂਦੀ। ਉਹ ਕਹਿੰਦਾ ਫਿਰ ਤੂੰ ਸਰਗੁਣ ਦੀ ਪੂਜਾ ਕਰ ਲਓ। ਤੇ ਸਰਗੁਣ ਕਿਹੋ ਜਿਹਾ ਹੈ? ਉਸਨੇ ਜਿਵੇਂ ਛੋਟੇ ਬੱਚਿਆਂ ਨੂੰ ਸਮਝਾਉਣ ਵਾਸਤੇ ਆਪਾਂ ਕੋਈ ਬਾਲ ਉਪਦੇਸ਼ਾਂ ਕਾਇਦੇ ਉੱਤੇ ਮੂਰਤਾਂ ਤਸਵੀਰਾਂ ਲਾਈਆਂ ਹੁੰਦੀਆਂ ਨਾ, ਵੀ ਬੱਚੇ ਵੇਖ ਕੇ ਪੜ੍ਹਨਾ ਸਿੱਖ ਜਾਣ। ਇਸੇ ਤਰ੍ਹਾਂ ਨਾਰਦ ਮੁਨੀ ਨੇ ਫਿਰ ਉੱਥੇ ਵੀ ਇੱਕ ਇਹੋ ਜਿਹੀ ਮੂਰਤੀ ਤਿਆਰ ਕੀਤੀ, ਕਹਿਣ ਲੱਗਾ ਲਓ ਵੀ ਆਹ ਭਗਵਾਨ ਦਾ ਰੂਪ ਹੈ, ਤੁਸੀਂ ਇਹਦੀ ਪੂਜਾ ਕਰੋ। ਮਤਲਬ ਤਾਂ ਇਹ ਸੀ ਵੀ ਚਲੋ ਜਿਹੜੇ ਬਿਲਕੁਲ ਹੀ ਗਵਾਰ ਸਨ, ਅਨਪੜ੍ਹ ਬੰਦੇ ਸਨ, ਵੀ ਉਹਨਾਂ ਨੂੰ ਰੱਬ ਦੀ ਭਗਤੀ ਵੱਲ ਲਾਇਆ ਜਾਵੇ। ਨਾਰਦ ਮੁਨੀ ਨੇ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਚਲੋ ਜੇ ਨਿਰਗੁਣ ਦੀ ਭਗਤੀ ਨਹੀਂ ਕਰ ਸਕਦੇ, ਸਰਗੁਣ ਦੀ ਪੂਜਾ ਕਰ ਲਓ। ਜਦੋਂ ਸਰਗੁਣ ਦੇ ਬਾਰੇ ਵੀ ਉਹਨਾਂ ਨੂੰ ਕੁਝ ਸਮਝ ਨਾ ਪਿਆ, ਮੋਟੀ ਬੁੱਧੀ ਵਾਲੇ ਲੋਕ ਸਨ, ਤਾਂ ਉਹਨਾਂ ਨੂੰ ਉਹਨੇ ਇੱਕ ਪੱਥਰ ਦੀ ਜਾਂ ਮਿੱਟੀ ਦੀ ਮੂਰਤੀ ਬਣਾ ਕੇ ਦੇ ਦਿੱਤੀ ਵੀ ਆਹ ਭਗਵਾਨ ਦਾ ਰੂਪ ਹੈ। ਤੇ ਉਹਨਾਂ ਨੇ ਮੂਰਤੀਆਂ ਦੀ ਪੂਜਾ ਸ਼ੁਰੂ ਕਰ ਦਿੱਤੀ, ਅਸਲੀ ਭਗਵਾਨ ਤੋਂ ਖੁੰਝ ਹੀ ਗਏ। ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਾਰਨ ਲਿਖਿਆ ਹੈ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀਂ। ਇਹ ਜਿਹੜੇ ਹਿੰਦੂ ਨੇ ਇਹ ਅਸਲੀ ਮੂਲ ਦਾ ਅਰਥ ਹੈ, ਮੂਲੇ ਦਾ ਅਰਥ ਵੀ ਮੁੱਢ ਤੋਂ ਹੀ, ਅਥਵਾ ਦੂਸਰਾ ਮੂਲੇ ਦਾ ਅਰਥ ਜਿਹੜਾ ਮੂਲ ਮੁੱਢ ਰੂਪ ਅਕਾਲ ਪੁਰਖ ਹੈ, ਉਸ ਤੋਂ ਭੁੱਲੇ ਹੋਏ ਨੇ। ਇਹਨਾਂ ਨੂੰ ਅਸਲੀ ਪਰਮੇਸ਼ਰ ਦਾ ਗਿਆਨ ਨਹੀਂ ਹੈ, ਤੇ ਤਾਂ ਹੀ ਤਾਂ ਮੂਰਤੀ ਪੂਜਾ ਵਿੱਚ, ਪਾਹਨ ਪੂਜਾ ਦੇ ਵਿੱਚ ਲੱਗੇ ਹੋਏ ਨੇ। ਅਤੇ ਅਖੁੱਟੀ ਜਾਹੀਂ, ਤੇ ਜਿਹੜਾ ਵਾਹਿਗੁਰੂ ਦਾ ਨਾਮ ਦਾ ਅਖੁੱਟ ਖਜ਼ਾਨਾ ਹੈ ਉਹ ਤੋਂ ਪਾਈਏ ਖਾਲੀ ਤੁਰੇ ਜਾਂਦੇ ਹਨ। ਨਾਰਦ ਮੁਨੀ ਨੇ ਇਹਨਾਂ ਨੂੰ ਕਿਹਾ ਤਾਂ ਸੀ ਭਗਤੀ ਕਰੋ, ਪਰ ਇਹਨਾਂ ਨੂੰ ਉਸ ਦੀ ਸਮਝ ਨਹੀਂ ਆਈ, ਤੇ ਫਿਰ ਉਹਨੇ ਪੱਥਰ ਦੀ ਮੂਰਤੀ ਬਣਾ ਕੇ ਦੇ ਦਿੱਤੀ। ਉਦੋਂ ਦੇ ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ ਹਨ। ਅੰਧੇ ਗੁੰਗੇ ਅੰਧ ਅੰਧਾਰ, ਪਾਥਰਲੇ ਪੂਜੈ ਮੁਗਧ ਗੁਆਰ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਲੋਕੋ, ਇਹ ਜਿਹੜੇ ਪੱਥਰ ਨੇ ਇਹ ਤਾਂ ਅੰਨੇ ਨੇ ਤੇ ਗੁੰਗੇ ਵੀ ਹਨ, ਨਾ ਇਹ ਵੇਖ ਸਕਦੇ ਨੇ ਨਾ ਸੁਣ ਸਕਦੇ ਨੇ, ਅੰਧ ਅੰਧਾਰ। ਤੇ ਇਹ ਤੇ ਅੰਨੇ ਵੀ ਹਨ, ਤੇ ਇਹਨਾਂ ਦੇ ਅੰਦਰ ਵੀ ਹਨੇਰਾ ਹੀ ਹੈ, ਅੰਦਰ ਵੀ ਕੋਈ ਚਾਨਣ ਨਹੀਂ। ਜਿਵੇਂ ਕੋਈ ਜਾਨਦਾਰ ਜੀਵ ਹੁੰਦਾ ਉਹਦੇ ਅੰਦਰ ਚੇਤਨ ਸੱਤਾ ਹੁੰਦੀ ਹੈ ਨਾ, ਪਰ ਪੱਥਰ ਦੇ ਵਿੱਚ ਤਾਂ ਕੁਛ ਵੀ ਨਹੀਂ ਹੁੰਦਾ। ਉਹ ਤੇ ਬਾਹਰੋਂ ਵੀ ਅੰਨਾ ਤੇ ਅੰਦਰੋਂ ਵੀ ਅੰਨਾ ਹੀ ਹੁੰਦਾ ਹੈ, ਹਨੇਰੇ ਨਾਲ ਹੀ ਭਰਿਆ ਹੁੰਦਾ ਹੈ। ਪਾਥਰਲੇ ਪੂਜੈ ਮੁਗਧ ਗੁਆਰ। ਜਿਹੜੇ ਮੂਰਖ ਬੇਸਮਝ ਲੋਕ ਨੇ ਉਹਨਾਂ ਪੱਥਰਾਂ ਨੂੰ ਲੈ ਕੇ ਵੀ ਇਹ ਸਾਡਾ ਭਗਵਾਨ ਹੈ,
ਇਹ ਸਾਡਾ ਦੇਵਤਾ ਹੈ, ਇਹ ਸਾਡਾ ਇਸ਼ਟ ਹੈ। ਉਹਨਾਂ ਪੱਥਰਾਂ ਨੂੰ ਲੈ ਕੇ ਭਾਈ ਉਹ ਪੂਜਣ ਲੱਗ ਜਾਂਦੇ ਹਨ। ਉਹੇ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੂਰਤੀ ਪੂਜਕਾਂ ਨੂੰ ਆਖਦੇ ਨੇ, ਉਹੇ ਜਾਂ ਆਪ ਡੁੱਬੇ। ਕਹਿੰਦੇ ਭਾਈ ਉਹ ਜਦੋਂ ਪੱਥਰ ਦੇ ਭਗਵਾਨ ਤੁਸੀਂ ਪਾਣੀ ਵਿੱਚ ਸੁੱਟ ਕੇ ਦੇਖੋ, ਕਿਸੇ ਸ਼ਿਵਲਿੰਗ ਨੂੰ ਜਾਂ ਕਿਸੇ ਦੇਵੀ ਦੇਵਤੇ ਦੀ ਮੂਰਤੀ ਨੂੰ ਪਾਣੀ ਵਿੱਚ ਸੁੱਟ ਕੇ ਤਾਂ ਦੇਖੋ, ਉਹ ਜਾਂ ਆਪ ਡੁੱਬੇ, ਉਹ ਤਾਂ ਆਪ ਹੀ ਡੁੱਬ ਜਾਂਦੇ ਨੇ। ਤੁਮ ਕਹਾਂ ਤਾਰਨਹਾਰ, ਉਹ ਤੁਹਾਨੂੰ ਕਿੱਥੇ ਤਾਰਨ ਵਾਲੇ ਸਿੱਧ ਹੋ ਸਕਦੇ ਨੇ। ਕੈਸੇ ਤੁਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ। ਛੁਟੋ ਕਾਲ ਫਾਸਤੇ ਤਬੀ ਗਹੋ ਸਰਨ ਜਗਤਾ ਕਰ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਬਿਲਕੁਲ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਨਾਲ ਮੇਲ ਖਾਂਦੇ ਹਨ। ਪੌੜੀ ਸਭ ਕਿਉ ਤੇਰਾ ਵਸ ਹੈ, ਤੂੰ ਸੱਚਾ ਸਾਹੋ। ਪੌੜੀ ਵਿੱਚ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਸਭ ਕੁਝ ਤੇਰੇ ਹੱਥ ਵਸ ਹੈ ਤੇ ਤੂੰ ਸੱਚਾ ਪਾਤਸ਼ਾਹ ਹੈ। ਭਗਤ ਰਤੇ ਰੰਗ ਏਕ ਕੈ ਪੂਰਾ ਵੇਸਾਹੋ। ਹੇ ਵਾਹਿਗੁਰੂ ਤੇਰੇ ਭਗਤ ਇੱਕੋ ਤੇਰੇ ਨਾਮ ਦੇ ਰੰਗ ਵਿੱਚ ਹੀ ਰੰਗੇ ਰਹਿੰਦੇ ਹਨ। ਪੂਰਾ ਵੇਸਾਹੋ, ਤੇ ਫਿਰ ਉਹਨਾਂ ਨੂੰ ਤੇਰੇ ਤੇ ਪੂਰਨ ਵਿਸ਼ਵਾਸ ਹੁੰਦਾ ਹੈ, ਤੇਰੇ ਤੇ ਪੂਰਨ ਭਰੋਸਾ ਹੁੰਦਾ ਹੈ। ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਹੋ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਰੂਪ ਭੋਜਨ ਹੈ ਤੇ ਵਾਹਿਗੁਰੂ ਦੇ ਜਨ ਦਾਸ ਇਸ ਨੂੰ ਰਜ ਰਜ ਕੇ ਖਾਂਦੇ ਹਨ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਰਜ ਰਜ ਭੋਜਨ ਖਾਵੋ ਮੇਰੇ ਭਾਈ ਦੇ ਵਾਕ ਅਨੁਸਾਰ ਵਾਹਿਗੁਰੂ ਦੇ ਪਿਆਰੇ ਅੰਮ੍ਰਿਤ ਨਾਮ ਰੂਪੀ ਭੋਜਨ ਨੂੰ ਰਜ ਰਜ ਕੇ ਛਕਦੇ ਹਨ। ਸਭ ਪਦਾਰਥ ਪਾਈਆਨ ਸਿਮਰਨ ਸਚ ਲਾਹੋ। ਉਹ ਗੁਰਮੁਖ ਵਾਹਿਗੁਰੂ ਦੇ ਅੰਮ੍ਰਿਤ ਨਾਮ ਭੋਜਨ ਨੂੰ ਛਕ ਕੇ ਸਾਰੇ ਹੀ ਪਦਾਰਥ ਪ੍ਰਾਪਤ ਕਰ ਲੈਂਦੇ ਨੇ। ਅਰਥ ਧਰਮ ਕਾਮ ਮੋਹ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਦਾਤਾ। ਸਿਮਰਨ ਸੱਚ ਲਾਹੋ, ਤੇ ਵਾਹਿਗੁਰੂ ਦੇ ਸਿਮਰਨ ਦਾ ਵੀ ਸੱਚਾ ਲਾਭ ਪ੍ਰਾਪਤ ਕਰ ਲੈਂਦੇ ਹਨ। ਸੰਤ ਪਿਆਰੇ ਪਾਰ ਬ੍ਰਹਮ, ਨਾਨਕ ਹਰ ਅਗਮ ਅਗਾਹੋ। ਸਤਿਗੁਰੂ ਕਹਿੰਦੇ ਨੇ ਉਹ ਮਹਾਂਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਜੋ ਵਾਹਿਗੁਰੂ ਪਰਮੇਸ਼ਰ ਹਰ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗਾਹੋ, ਜੋ ਬਹੁਤ ਡੂੰਘਾ ਹੈ, ਜਿਸ ਦਾ ਕੋਈ ਗਾਹ ਨਾ ਪਾਇਆ ਜਾਵੇ, ਥਾਂ ਨਾ ਪਾਇਆ ਜਾਵੇ। ਐਸਾ ਵਾਹਿਗੁਰੂ ਹੈ ਵੀ ਉਹ ਮਹਾਂਪੁਰਖ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ। ਸ਼ਲੋਕ ਮਹੱਲਾ ਤੀਜਾ। ਸਭ ਕਿਛ ਹੁਕਮੇ ਆਮਦਾ, ਸਭ ਕਿਛ ਹੁਕਮੇ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਾਨੂੰ ਵਾਹਿਗੁਰੂ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਭ ਕੁਛ ਹੁਕਮੇ ਆਮਦਾ, ਗੁਰਮੁਖੋ ਸਭ ਕੁਛ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦਾ ਹੈ। ਜਿੰਨੇ ਜੀਵ ਆਉਂਦੇ ਨੇ ਉਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ। ਸਭ ਕੁਛ ਹੁਕਮੇ ਜਾਏ, ਤੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਚਲਿਆ ਜਾਂਦਾ ਹੈ। ਹਰ ਜੀਵ ਤੇ ਹਰ ਪਦਾਰਥ, ਹਰ ਵਸਤੂ ਤੇ ਹਰ ਵਿਅਕਤੀ, ਸਭ ਕੁਛ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦਾ ਤੇ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਚਲਿਆ ਜਾਂਦਾ ਹੈ। ਜੇ ਕੋ ਮੂਰਖ ਆਪਹੁ ਜਾਣੈ, ਅੰਧਾ ਅੰਧ ਕਮਾਏ। ਜੋ ਕੋਈ ਮੂਰਖ ਆਪਣੇ ਆਪ ਤੋਂ ਜਾਣੇ ਬਈ ਨਹੀਂ, ਬਈ ਮੈਂ ਆਪਣੀ ਮਰਜ਼ੀ ਨਾਲ ਆਇਆ ਤੇ ਮਰਜ਼ੀ ਨਾਲ ਹੀ ਜਾਊਂਗਾ। ਜਿਹੜਾ ਮੂਰਖ ਇਉਂ ਆਪਣੇ ਆਪ ਤੋਂ ਕੁਛ ਜਾਣਦਾ ਹੈ, ਅੰਧਾ ਉਹ ਅੰਨਾ ਹੈ ਤੇ ਅੰਧ ਕਮਾਏ ਅੰਨੇ ਕੰਮ ਕਰ ਰਿਹਾ ਹੈ। ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸਨੂੰ ਕਿਰਪਾ ਕਰੇ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੁਆਰਾ ਕੋਈ ਵਿਰਲਾ ਗੁਰਮੁਖ ਉਸ ਮਾਲਕ ਦੇ, ਉਸ ਪ੍ਰਭੂ ਦੇ ਹੁਕਮ ਨੂੰ ਬੁੱਝਦਾ ਹੈ। ਕੌਣ ਬੁੱਝਦਾ ਹੈ? ਜਿਸਨੂੰ ਕਿਰਪਾ ਕਰੇ ਰਜਾਏ। ਜਿਸਨੂੰ ਰਜਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜਿਸ ਉੱਤੇ ਕਿਰਪਾ ਕਰ ਦੇਵੇ, ਉਹੀ ਗੁਰਮੁਖ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝਦਾ ਹੈ। ਮਹੱਲਾ ਤੀਜਾ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਕੋਈ ਯੋਗੀ ਆਇਆ ਹੈ, ਹਠ ਯੋਗੀ, ਔਰ ਉਸਨੇ ਆਖਿਆ ਮਹਾਰਾਜ ਕਿਰਪਾ ਕਰਕੇ ਮੈਨੂੰ ਦੱਸੋ ਅਸਲੀ ਗੁਰਮੁਖ ਯੋਗੀ ਦੇ ਲੱਛਣ ਕੀ ਹੁੰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖ ਜੋਗੀ ਦੀ ਅਵਸਥਾ ਇਸ ਸ਼ਲੋਕ ਵਿੱਚ ਵਰਣਨ ਕੀਤੀ ਹੈ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਇਸ ਪੰਕਤੀ ਦਾ 99 ਕਰਕੇ ਅਰਥ ਲੱਗੇਗਾ,
ਜਿਸਨੂੰ ਗੁਰੂ ਦੁਆਰਾ ਨਾਮ ਪ੍ਰਾਪਤ ਹੋ ਜਾਵੇ, ਜੁਗਤ ਸੋ ਪਾਏ। ਉਹ ਅਸਲੀ ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਨੂੰ ਪ੍ਰਾਪਤ ਕਰਦਾ ਹੈ। ਤੇ ਜਿਹਨੂੰ ਵਾਹਿਗੁਰੂ ਦੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੋ ਗਈ, ਸੋ ਜੋਗੀ, ਉਹ ਅਸਲੀ ਜੋਗੀ ਬਣ ਗਿਆ। ਭਾਵ ਜਿਹੜਾ ਨਾਮ ਦੇ ਨਾਲ ਜੁੜ ਕੇ ਤੇ ਆਪਣੀ ਸੁਰਤ ਨੂੰ ਨਾਮ ਦੇ ਨਾਲ ਜੋੜ ਕੇ ਨਾਮ ਅਭਿਆਸ ਕਰਦਾ ਹੈ, ਤੇ ਉਹੀ ਅਸਲੀ ਜੋਗੀ ਹੋ ਸਕਦਾ ਹੈ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਲੋ ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਜੋਗੀ ਦੀ ਨਗਰੀ ਸੰਗਤ ਵਿੱਚ ਸਭ ਕੋ ਵਸੈ, ਹਰ ਕੋਈ ਵਸਦਾ ਹੈ। ਗੁਰਮੁਖ ਜੋਗੀ ਦੀ ਨਗਰੀ ਵਿੱਚ ਭਾਵ ਜਿੱਥੇ ਉਹ ਰਹਿੰਦਾ ਹੈ, ਉਸ ਪੁਰੀ ਦੇ ਵਿੱਚ ਕਿਸੇ ਜਾਤ ਵਿੱਚੋਂ, ਕਿਸੇ ਸ਼੍ਰੇਣੀ ਵਿੱਚੋਂ, ਕਿਸੇ ਮਜ਼੍ਹਬ ਵਿੱਚੋਂ, ਚਾਹੇ ਕਿਸੇ ਹੀ ਦੇਸ਼ ਕਾਲ ਦੇ ਵਿੱਚ ਕੋਈ ਪੈਦਾ ਹੋਇਆ ਹੋਵੇ, ਉਸ ਗੁਰਮੁਖ ਜੋਗੀ ਦੀ ਨਗਰੀ ਸਤਸੰਗਤ ਵਿੱਚ ਹਰ ਕੋਈ ਵਸ ਸਕਦਾ ਹੈ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਭੇਖੀ ਜੋਗ ਨਾ ਹੋਏ। ਕੱਲੇ ਭੇਖ ਨੂੰ ਧਾਰਨ ਕਰਕੇ ਜੋਗ ਨਹੀਂ ਪ੍ਰਾਪਤ ਹੁੰਦਾ। ਕਿਸੇ ਕਵੀ ਨੇ ਲਿਖਿਆ ਹੈ, ਡੰਡ ਕਮੰਡਲ ਮੋਢੇ ਪਾਰ, ਜੋਗ ਨਹੀਂ ਇਹ ਕਰਮਾਂ ਦੀ ਮਾਰ। ਐਵੇਂ ਡੰਡਾ ਫੜ ਲਿਆ, ਕਮੰਡਲ ਫੜ ਲਿਆ, ਮੋਢੇ ਤੇ ਪਾਰ ਚੱਕ ਲਿਆ, ਬਗਲੀ ਪਾ ਲਈ, ਇਹ ਕੋਈ ਯੋਗ ਨਹੀਂ, ਇਹ ਕਰਮਾਂ ਦੀ ਮਾਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭੇਖਾਂ ਦੇ ਧਾਰਨ ਕਰਨ ਦੇ ਨਾਲ ਕੋਈ ਯੋਗ ਨਹੀਂ ਪ੍ਰਾਪਤ ਹੋ ਜਾਂਦਾ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘਟ ਪ੍ਰਗਟ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸਾ ਤੇ ਕੋਈ ਵਿਰਲਾ ਹੀ ਜੋਗੀ ਹੈ, ਜਿਸ ਘਟ ਪ੍ਰਗਟ ਹੋਏ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਆਪ ਪ੍ਰਗਟ ਹੋ ਜਾਵੇ। ਐਸਾ ਜੋਗੀ ਤੇ ਕੋਈ ਵਿਰਲਾ ਹੀ ਹੈ ਨਾ। ਐਸਾ ਗੁਰਮੁਖ ਜੋਗੀ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਵੇ, ਕੋਈ ਐਸਾ ਵਿਰਲਾ ਹੀ ਸੰਸਾਰ ਦੇ ਵਿੱਚ ਮਿਲ ਸਕਦਾ ਹੈ। ਕੋਟਨ ਮੈਂ ਨਾਨਕੋ ਨਾਰਾਇਣ ਜਿਹੇ ਚੀਤ। ਕਰੋੜਾਂ ਵਿੱਚੋਂ ਐਸਾ ਕੋਈ ਮਹਾਂਪੁਰਖ ਗੁਰਮੁਖ ਜੋਗੀ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਕੇ ਵਸ ਰਿਹਾ ਹੈ। ਪੌੜੀ ਆਪੇ ਜੰਤੋ ਪਾਇਨ, ਆਪੇ ਆਧਾਰ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ ਤੇ ਨਾਲ ਵਾਰ ਦੀ ਸਮਾਪਤੀ ਵੀ ਕਰ ਰਹੇ ਹਨ। ਆਪੇ ਜੰਤ ਉਪਾਇਨ, ਉਸ ਵਾਹਿਗੁਰੂ ਪਰਮੇਸ਼ਰ ਨੇ ਆਪੇ ਸਾਰੇ ਜੀਵ ਜੰਤ ਪੈਦਾ ਕੀਤੇ ਹਨ। ਆਪੇ ਆਧਾਰ, ਤੇ ਆਪ ਹੀ ਸਾਰਿਆਂ ਨੂੰ ਆਸਰਾ ਦੇ ਰਿਹਾ ਹੈ। ਆਪੇ ਸੂਖਮ ਭਾਲੀਐ, ਆਪੇ ਪਾਸਾਰ। ਉਹ ਵਾਹਿਗੁਰੂ ਆਪ ਹੀ ਸੂਖਮ ਰੂਪ ਦੇ ਵਿੱਚ ਕਿਧਰੇ ਭਾਲੀਦਾ ਹੈ, ਕਿਉਂਕਿ ਜਿਹੜੀ ਸੂਖਮ ਚੀਜ਼ ਹੋਵੇ ਉਹਨੂੰ ਭਾਲਣਾ ਹੀ ਪੈਂਦਾ। ਕੋਈ ਛੋਟੀ ਚੀਜ਼ ਹੋਵੇ ਤੇ ਉਹਨੂੰ ਭਾਲ ਕੇ ਲੱਭਣਾ ਪੈਂਦਾ। ਉਹ ਵਾਹਿਗੁਰੂ ਕਿਧਰੇ ਆਪ ਸੂਖਮ ਰੂਪ ਹੋ ਕੇ ਵਸ ਰਿਹਾ ਹੈ, ਕਿਉਂਕਿ ਵਾਹਿਗੁਰੂ ਦੇ ਦੋ ਰੂਪ ਨੇ, ਅਣੂਰ ਅਣੂਆਨ, ਮਹਿਦੋ ਮਹੀਆਨ। ਉਹ ਸੂਖਮ ਤੋਂ ਸੂਖਮ, ਛੋਟਿਆਂ ਤੋਂ ਛੋਟਾ ਵੀ ਹੈ ਤੇ ਵੱਡਿਆਂ ਤੋਂ ਵੱਡਾ ਵੀ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਸੂਸ਼ਮ ਤੇ ਸੂਸ਼ਮ ਕਰ ਚੀਨੇ, ਬਿਰਦਨ ਬਿਰਦ ਬਤਾਏ। ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਸੂਖਮ ਰੂਪ ਦੀ ਭਾਲ ਕੀਤੀ, ਉਹ ਕਹਿੰਦੇ ਵਾਹਿਗੁਰੂ ਸੂਖਮ ਤੋਂ ਸੂਖਮ ਹੈ। ਤੇ ਜਿਨ੍ਹਾਂ ਨੇ ਕਿਸੇ ਵੱਡੇ ਸਰੂਪ ਦੀ ਭਾਲ ਕੀਤੀ, ਵਿਰਾਟ ਰੂਪ ਦੀ ਭਾਲ ਕੀਤੀ, ਉਹਨਾਂ ਨੇ ਵੱਡਿਆਂ ਤੋਂ ਵੱਡਾ ਉਸ ਨੂੰ ਬਿਆਨ ਕੀਤਾ। ਇਸੇ ਲਈ ਹਜ਼ੂਰ ਕਹਿੰਦੇ ਹਨ, ਆਪੇ ਸੂਖਮ ਭਾਲੀ ਹੈ। ਉਹ ਵਾਹਿਗੁਰੂ ਆਪ ਹੀ ਸੂਖਮ ਰੂਪ ਦੇ ਵਿੱਚ ਭਾਲਿਆ ਜਾਂਦਾ ਹੈ ਤੇ ਆਪੇ ਪਾਸਾਰ, ਤੇ ਆਪੇ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਵੀ ਵਿਰਾਟ ਰੂਪ ਵੀ ਉਹ ਆਪ ਹੀ ਹੈ। ਆਪੇ ਇਕਾਂਤੀ ਹੋਏ ਰਹੇ, ਆਪੇ ਵੱਡ ਪਰਿਵਾਰ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਕਾਂਤ ਵਿੱਚ ਹੋ ਕੇ ਬੈਠ ਜਾਂਦਾ ਹੈ। ਜਿਵੇਂ ਮੁਨੀ ਹੋਏ ਬੈਠਾ ਇਕਾਂਤੀ, ਜਿਵੇਂ ਰਿਸ਼ੀ ਮੁਨੀ ਇਕਾਂਤ ਵਿੱਚ ਜੰਗਲਾਂ ਵਿੱਚ ਜਾ ਕੇ ਬੈਠਦੇ ਨੇ, ਜਾਂ ਆਪ ਇਕਾਤੀ ਹੋਏ ਪਏ। ਇਕਾਤੀ ਦਾ ਅਰਥ ਵੀ ਬਿਲਕੁਲ ਏਕਾਂਗ, ਇਕੱਲਾ ਹੋ ਕੇ, ਤਨਹਾ ਹੋ ਕੇ, ਸੰਨਿਆਸੀ ਹੋ ਕੇ, ਵੈਰਾਗੀ ਹੋ ਕੇ ਜੰਗਲਾਂ ਵਿੱਚ ਬੈਠਾ ਰਹਿੰਦਾ ਹੈ। ਆਪੇ ਵੱਡ ਪਰਿਵਾਰ, ਤੇ ਆਪੇ ਵੱਡੇ ਪਰਿਵਾਰ ਵਾਲਾ ਹੋ ਕੇ ਘਰਾਂ ਦੇ ਵਿੱਚ ਵਸਦਾ। ਜਿਵੇਂ ਆਮ ਕਈ ਗ੍ਰਸਤੀ ਲੋਕ ਘਰਾਂ ਦੇ ਵਿੱਚ ਰਹਿੰਦੇ ਨੇ, ਤੇ ਜਿਹੜੇ ਬਿਹੰਗਮ ਲੋਕ ਨੇ, ਰਿਸ਼ੀ ਮੁਨੀ, ਉਹ ਪਹਾੜਾਂ ਵਿੱਚ ਜਾ ਕੇ ਰਹਿੰਦੇ ਸਨ ਇਕੱਲੇ ਇਕੱਲੇ। ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਦੋਹਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ। ਨਾਨਕ ਮੰਗੈ ਦਾਨ ਹਰ, ਸੰਤਾਂ ਰੇ ਨਾਰ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ,
ਮੈਂ ਤੇ ਇਹੀ ਦਾਨ ਮੰਗਦਾ ਹਾਂ ਕਿਹੜਾ ਸੰਤਾਂ ਰੇ ਨਾਰ। ਹੇ ਵਾਹਿਗੁਰੂ, ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦੇ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਹੋਰ ਮੈਂ ਨਾ ਰਾਜ ਮੰਗਦਾ, ਨਾ ਮੁਕਤੀ ਮੰਗਦਾ, ਨਾ ਕੋਈ ਦੁੱਧ ਮੰਗਦਾ, ਨਾ ਪੁੱਤ ਮੰਗਦਾ। ਮੈਨੂੰ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦੇ। ਹੋਰ ਦਾਤਾਰ ਨਾ ਸੁਝੇ ਤੂੰ ਦੇਵਨਹਾਰ। ਹੇ ਵਾਹਿਗੁਰੂ, ਹੋਰ ਤੇਰੇ ਬਿਨਾਂ ਮੈਨੂੰ ਕੋਈ ਦਾਤਾ ਵੀ ਨਹੀਂ ਦਿਸਦਾ। ਇਸੇ ਲਈ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਤੂੰ ਦੇਵਨਹਾਰ, ਤੂੰ ਸਭ ਕੁਝ ਦੇਣ ਵਾਲਾ ਹੈ, ਦੇ ਤਾਂ ਤੂੰ ਸਭ ਕੁਝ ਸਕਦਾ ਹੈ, ਪਰ ਸਾਨੂੰ ਤੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹੀ ਚਾਹੀਦੀ ਹੈ, ਹੋਰ ਨਹੀਂ ਅਸੀਂ ਕੁਛ ਮੰਗਦੇ। ਉਹਨਾਂ ਮਹਾਂਪੁਰਖਾਂ ਦੇ ਸੰਤਾਂ ਦੀ ਰਹਿਨਾਰ ਧੂੜ ਸਾਨੂੰ ਬਖਸ਼ਿਸ਼ ਕਰ ਦੇ, ਕਿਉਂਕਿ ਉਹ ਧੂੜ ਹੀ ਇੰਨੀ ਪਵਿੱਤਰ ਹੁੰਦੀ ਹੈ, ਵੱਡੇ ਵੱਡੇ ਪਾਪੀਆਂ ਦੇ ਪਾਪ ਧੋ ਦਿੰਦੀ ਹੈ। ਜਿਵੇਂ ਕਿਸੇ ਪਾਪੀ ਦੇ ਮੱਥੇ ਉੱਤੇ ਕਿਸੇ ਮਹਾਂਪੁਰਖ ਦੇ ਚਰਨਾਂ ਦੀ ਧੂੜ ਪੈ ਗਈ ਔਰ ਉਹ ਉਸ ਵੇਲੇ ਚੜ੍ਹਾਈ ਕਰ ਗਿਆ, ਜਮਦੂਤਾਂ ਨੇ ਉਸ ਨੂੰ ਪਾਪੀ ਜਾਣ ਕੇ ਜਾ ਕੇ ਨਰਕਾਂ ਵਿੱਚ ਸੁੱਟਿਆ, ਪਰ ਉਹ ਤਾਂ ਉਬਲਦੇ ਕੜਾਹੇ ਸਾਰੇ ਠੰਡੇ ਠਾਰ ਹੋ ਗਏ। ਤਪਤ ਕੜਾਹਾ ਬੁਝ ਗਿਆ, ਤੇ ਜਦੋਂ ਕੜਾਹੇ ਠੰਡੇ ਹੋ ਗਏ ਤੇ ਉਹ ਜਮਦੂਤ ਹੈਰਾਨ ਹੋਏ। ਧਰਮਰਾਜ ਵੀ ਬਹੁਤ ਘਬਰਾ ਗਿਆ ਵੀ ਮੇਥੋਂ ਕੋਈ ਗਲਤੀ ਹੋਈ ਹੈ। ਕਹਿੰਦਾ ਲਿਆਓ ਕੱਢ ਕੇ ਬਾਹਰ। ਜਦੋਂ ਬਾਹਰ ਕੱਢ ਕੇ ਲਿਆਂਦਾ, ਉਹਦੇ ਕਰਮਾਂ ਦਾ ਲੇਖਾ ਜੋਖਾ ਕੀਤਾ, ਬੜੀ ਬਰੀਕੀ ਨਾਲ ਛਾਣਬੀਣ ਕੀਤੀ। ਫਿਰ ਇਸ ਗੱਲ ਦਾ ਪਤਾ ਲੱਗਿਆ ਵੀ ਇਹਨੇ ਭਾਵੇਂ ਆਪ ਤਾਂ ਕੋਈ ਧਰਮ ਕਰਮ ਨਹੀਂ ਸੀ ਕੀਤਾ, ਕੋਈ ਨਾ ਹੀ ਪੂਜਾ ਪਾਠ ਕੀਤਾ ਸੀ, ਪਰ ਅਖੀਰ ਦੇ ਉੱਤੇ ਇਹਦੇ ਮੱਥੇ ਤੇ ਕਿਸੇ ਮਹਾਂਪੁਰਖ ਦੇ ਚਰਨਾਂ ਦੀ ਧੂੜ ਪੈ ਗਈ, ਉਹਨੇ ਸਾਰੇ ਪਾਪ ਧੋ ਦਿੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਕਿੰਨੇ ਪਿਆਰੇ ਬਚਨ ਨੇ। ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ। ਕਿਲਵਿਕ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਵੱਡੇ ਵੱਡੇ ਤੀਰਥ ਵੀ ਮਹਾਂਪੁਰਖਾਂ ਦੇ ਗੁਰੂ ਦੇ ਚਰਨਾਂ ਦੀ ਧੂੜੀ ਨੂੰ ਤਰਸਦੇ ਨੇ, ਔਰ ਉਹ ਕਹਿੰਦੇ ਸਾਡੇ ਪਾਪਾਂ ਦੀ ਮੈਲ ਨੂੰ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹੀ ਦੂਰ ਕਰਦੀ ਹੈ। ਇਸ ਲਈ ਮੈਂ ਉਹ ਧੂੜ ਮੰਗਦਾ ਹਾਂ ਜੋ ਵੱਡੇ ਵੱਡੇ ਪਾਪਾਂ ਨੂੰ ਨਾਸ਼ ਕਰਦੀ ਹੈ। ਹੋਰ ਮੈਨੂੰ ਕੋਈ ਦਾਤਾ ਵੀ ਨਹੀਂ ਦਿਸਦਾ, ਤੇ ਤੂੰ ਹੀ ਸਭ ਕੁਝ ਦੇਣ ਵਾਲਾ, ਇਸ ਲਈ ਸਾਡੀ ਝੋਲੀ ਵਿੱਚ ਇਹ ਖੈਰ ਪਾ ਸੁਧ। ਅਖੀਰ ਉੱਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਵਾਰ ਲਿਖਵਾ ਕੇ ਮੋਹਰ ਲਾ ਦਿੱਤੀ, ਵਾਰ ਸ਼ੁੱਧ ਹੈ। ਕਿਉਂਕਿ ਭਾਵੇਂ ਇਹ ਵਾਰ ਚੌਥੇ ਮਹੱਲੇ ਗੁਰੂ ਰਾਮਦਾਸ ਮਹਾਰਾਜ ਦੀ ਸੀ, ਪਰ ਇਹਦੇ ਵਿੱਚ ਸ਼ਲੋਕ ਪਹਿਲੇ, ਤੀਜੇ ਅਤੇ ਪੰਜਵੇਂ ਸਤਿਗੁਰੂ ਦੇ ਵੀ ਆਏ ਨੇ। ਇਸ ਲਈ ਚਾਰ ਗੁਰੂਆਂ ਦੀ ਸਮਿਲਤ ਇਹ ਬਾਣੀ ਵਾਰ ਦੇ ਵਿੱਚ ਆਈ ਹੈ। ਇਸੇ ਲਈ ਸਤਿਗੁਰੂ ਕਹਿੰਦੇ ਇਹ ਵਾਰ ਸ਼ੁੱਧ ਹੈ, ਔਰ ਇਸ ਨੂੰ ਧਿਆਨ ਨਾਲ ਪੜ੍ਹੋ। ਇਹ ਵਾਰ ਸ਼ੁੱਧ ਕੀਤੀ ਹੋਈ ਹੈ। ਕੋਈ ਇਹ ਨਾ ਸੋਚੇ ਵੀ ਇਹਦੇ ਵਿੱਚ ਕੋਈ ਅੱਖਰ ਲਾਗ ਮਾਤਰ ਵੱਧ ਘੱਟ ਵੀ ਕੀਤੀ ਜਾ ਸਕਦੀ, ਨਹੀਂ, ਇਹ ਬਾਣੀ ਸ਼ੁੱਧ ਹੈ। ਇਸ ਨੂੰ ਸ਼ੁੱਧ ਕਰਕੇ ਹੀ ਪੜ੍ਹਨਾ ਚਾਹੀਦਾ। ਸ਼ੁੱਧ ਪਾਠ ਕੀਤੇ ਦਾ ਹੀ ਵਧੇਰੇ ਮਹਾਤਮਾ ਹੈ। ਜੇ ਅਸ਼ੁੱਧ ਪੜ੍ਹਾਂਗੇ ਤੇ ਫਿਰ ਉਹਦਾ ਕੋਈ ਸਾਨੂੰ ਫਲ ਨਹੀਂ ਪ੍ਰਾਪਤ ਹੋ ਸਕਦਾ। ਤੇ ਇਸ ਲਈ ਇਹ ਬਾਣੀ ਸ਼ੁੱਧ ਹੈ। ਜਿਹੜਾ ਇਸ ਨੂੰ ਪੜ੍ਹੇਗਾ ਉਹਦਾ ਹਿਰਦਾ ਸ਼ੁੱਧ ਹੋਵੇਗਾ, ਉਹਨੂੰ ਰੱਬ ਦੀ ਵੀ ਸੋਝੀ ਮਿਲ ਜਾਵੇਗੀ, ਤੇ ਉਸ ਨੂੰ ਸਭ ਕੁਝ ਹੀ ਵਾਹਿਗੁਰੂ ਦੀ ਕਿਰਪਾ ਦੁਆਰਾ ਗਿਆਨ ਧਿਆਨ ਪ੍ਰਾਪਤ ਹੋ ਜਾਵੇਗਾ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ। ਜੋ ਇਹ ਵਾਰ ਸੀ ਮਹੱਲੇ ਚੌਥੇ ਦੀ ਇੱਥੇ ਸੰਪੂਰਨ ਹੋਈ ਹੈ। ਆਪਾਂ ਇਸ ਦੀ ਵਿਚਾਰ ਨੂੰ ਸੁਣਿਆ ਤੇ ਇਸ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਮੰਗੈ ਦਾਨ ਹਾਰ ਸੰਤਾਂ ਰੇਣਾਰ। ਹੋਰ ਦਾਤਾਰ ਨਾ ਸੁਝੈ ਤੂੰ ਦੇਵਨ ਹਾਰ। ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।